ਫਿਰ ਉਹ ਕਹਿੰਦੇ ਜਦੋਂ ਅਸੀਂ ਡਾਕਟਰ ਬਣੇ ਹੋਣੇ ਤੇ ਡਾਕਟਰ ਵੀ ਤਾਂ ਕੈਲਸ਼ੀਅਮ ਹੀ ਦਿੰਦਾ ਸਾਨੂੰ ਉਹੀ ਚੀਜ਼ਾਂ ਉਹ ਡਾਕਟਰ ਦਿੰਦਾ ਜਿਹੜੇ ਅਸੀਂ ਜਿਮ ਜਾਣ ਤੇ ਲੈਂਦੇ ਹਾਂ। ਵੈਲ ਓਨੈਸਟਲੀ ਸਪੀਕਿੰਗ ਤੁਸੀਂ ਆਪ ਸੋਚ ਕੇ ਦੇਖੋ ਕਿ 19-20 ਸਾਲ ਦੇ ਮੁੰਡੇ ਨੂੰ ਕੈਲਸ਼ੀਅਮ ਦੀ ਲੋੜ ਹੈ, ਗੋਲੀ ਦੀ ਤਾਂ ਕੋਈ ਲੋੜ ਨਹੀਂ, ਕਿਉਂਕਿ ਡਾਇਟ ਦੇ ਵਿੱਚ ਦੁੱਧ ਦਹੀਂ ਪਨੀਰ ਆਪਣੀ ਪੰਜਾਬ ਦੀ ਖੁਰਾਕ ਇੰਨੀ ਚੰਗੀ ਹੈ। ਦੇਸੀ ਘੀ ਛੱਡ ਕੇ ਜੇ ਅਸੀਂ ਦਵਾਈਆਂ ਦੇ ਉੱਪਰ ਜਾਈ ਚੱਲਾਂਗੇ ਤੇ ਦੇਸੀ ਘੀ ਨੂੰ ਕਹਾਂਗੇ ਕਿ ਬੁਰੀ ਚੀਜ਼ ਹੈ, ਦੈਟ ਇਜ਼ ਨਾਟ ਅ ਰਾਈਟ ਅਪਰੋਚ। ਸੋ ਇੱਕ ਲੇਡੀ ਆਮ ਤੌਰ ਤੇ 25 26 27 28 ਸਾਲ ਦੀ ਉਮਰ ਦੇ ਵਿੱਚ ਜਦੋਂ ਮਾਂ ਬਣਦੀ ਹੈ, ਸੋ 9 ਮਹੀਨੇ ਪਹਿਲਾਂ ਬੱਚੇ ਨੂੰ ਕੈਰੀ ਕਰਨਾ, ਉਸ ਤੋਂ ਬਾਅਦ ਬੱਚੇ ਨੂੰ 1 ਸਾਲ 1.5 ਸਾਲ ਦੇ ਲਈ ਫੀਡ ਕਰਨਾ ਪੁੱਟਸ ਅ ਲੋਟ ਆਫ ਸਟ੍ਰੈਸ ਬੋਡੀ ਦੇ ਉੱਪਰ, ਇੱਕ ਬਹੁਤ ਡਿਮਾਂਡ ਕ੍ਰੀਏਟ ਕਰਦਾ ਹੈ। ਸੋ ਇੱਕ ਪ੍ਰੈਗਨੈਂਸੀ ਤੋਂ ਬਾਅਦ ਕਈ ਵਾਰ ਐਡਿਕੁਏਟ ਗੈਪ ਨਹੀਂ ਹੁੰਦਾ, 2 ਸਾਲ ਜਾਂ ਉਸ ਤੋਂ ਵੀ ਘੱਟ ਟਾਈਮ ਦੇ ਵਿੱਚ ਦੂਸਰਾ ਬੇਬੀ ਹੋ ਜਾਂਦਾ ਹੈ। ਸੋ ਦੈਟ ਇਜ਼ ਵਾਈ ਮੈਡੀਕਲ ਸਾਇੰਸ ਸੇਜ਼ ਕਿ ਇੱਕ ਪ੍ਰੈਗਨੈਂਸੀ ਤੋਂ ਬਾਅਦ ਆਈਡੀਅਲੀ 3 ਤੋਂ 4 ਸਾਲ ਦਾ ਗੈਪ ਹੋਣਾ ਚਾਹੀਦਾ, ਬੋਡੀ ਨੂੰ ਰਿਕਵਰ ਕਰਨ ਦਾ ਟਾਈਮ ਮਿਲਣਾ ਚਾਹੀਦਾ। ਸੋ ਬੋਡੀ ਦੇ ਉੱਪਰ ਬਹੁਤ ਜ਼ਿਆਦਾ ਡਿਮਾਂਡ ਕ੍ਰੀਏਟ ਹੋ ਜਾਂਦੀ ਹੈ, ਹੱਡੀਆਂ ਦੇ ਵਿੱਚ ਵੀਕਨੈਸ ਤਾਂ ਫਿਰ ਆਣੀ ਹੈ, ਜਿੰਨਾ ਮਰਜ਼ੀ ਕੈਲਸ਼ੀਅਮ ਆਪਾਂ ਖਾਈ ਚੱਲੀਏ ਨਾ ਖਾਈ ਚੱਲੀਏ। ਸੋ ਆਈਡੀਅਲ ਫੈਮਿਲੀ ਪਲੈਨਿੰਗ ਇਜ਼ ਵੈਰੀ ਇੰਪੋਰਟੈਂਟ। ਸੋ ਪ੍ਰੈਗਨੈਂਸੀ ਤੋਂ ਬਾਅਦ ਜਦੋਂ ਬੇਬੀ ਨੂੰ ਫੀਡ ਕਰਨਾ, ਜਦੋਂ ਮਦਰ ਨੇ ਆਪਣਾ ਮਿਲਕ ਕ੍ਰੀਏਟ ਕਰਕੇ ਬੇਬੀ ਨੂੰ ਦੇਣਾ, ਉਦੋਂ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੈ, ਨਾਟ ਓਨਲੀ ਫਰਮ ਨੈਚੁਰਲ ਸੋਰਸਿਸ ਬਟ ਸਮ ਸਪਲੀਮੈਂਟਸ। ਸੋ ਇਸ ਕਰਕੇ ਲੇਡੀਜ਼ 'ਚ ਆਸਟੀਓਪੋਰੋਸਿਸ ਜਾਂ ਵੀਕਨੈਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਜ਼ਿਆਦਾ ਹੈ ਜੈਂਟਸ ਦੇ ਨਾਲੋਂ। ਹੱਡੀ ਦਾ ਕ੍ਰਾਸ ਸੈਕਸ਼ਨ ਇਸ ਤਰ੍ਹਾਂ ਦਾ ਦਿਖਦਾ ਹੈ। ਸੋ ਇਹ ਜੁਆਇੰਟ ਹੈ, ਬਾਕੀ ਹੱਡੀ ਦਾ ਕ੍ਰਾਸ ਸੈਕਸ਼ਨ ਹੈ, ਇੱਕ ਮੈਟ੍ਰਿਕਸ ਦੀ ਤਰ੍ਹਾਂ ਹੈ ਜਿਹਦੇ ਅੰਦਰ ਜਿਸ ਤਰ੍ਹਾਂ ਜਾਲੀ ਹੈ ਜਿਹਦੇ 'ਚ ਸੀਮੈਂਟ ਭਰਿਆ ਹੋਇਆ ਹੈ। ਜਿਸ ਤਰ੍ਹਾਂ ਕਰਕੇ ਹੱਡੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਅੰਦਰੋਂ ਇਸ ਤਰ੍ਹਾਂ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕੰਡੀਸ਼ਨ ਨੂੰ ਆਸਟੀਓਪੋਰੋਸਿਸ ਕਹਿੰਦੇ ਆ ਜਾਂ ਹੱਡੀਆਂ ਦਾ ਭੁਰਨਾ ਕਹਿੰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ, ਮੈਂ ਜਤਿੰਦਰ ਸਿੰਘ ਖਹਿਰਾ। ਨਵੇਂ ਮੁੰਡਿਆਂ ਦੀਆਂ ਹੱਡੀਆਂ ਤੇ ਨਵੇਂ ਜੇ ਕਹਿ ਲਈਏ ਕਿ ਨਵੀਂ ਜਨਰੇਸ਼ਨ ਦੇ ਵਿੱਚ ਹੱਡੀਆਂ ਨੂੰ ਲੈ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਕਿ ਬਹੁਤ ਜਲਦੀ ਟੁੱਟ ਜਾਂਦੀਆਂ, ਘਸ ਜਾਂਦੀਆਂ, ਗੋਡੇ ਦੁਖਣ ਲੱਗ ਪੈਂਦੇ ਆ, ਇਹਨਾਂ ਸਾਰਿਆਂ ਦੇ ਪਿੱਛੇ ਅਸਲ ਕਾਰਨ ਕੀ ਹੈ? ਮੇਰੇ ਨਾਲ ਸਪੈਸ਼ਲਾਈਜ਼ਡ ਡਾਕਟਰ ਨੇ ਇਹਦੇ ਤੇ ਤਨਵੀਰ ਸਿੰਘ ਗੁਡਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਵੇਂ ਮੁੰਡਿਆਂ ਦੀਆਂ ਹੱਡੀਆਂ ਆਪਾਂ ਕਹੀਏ ਜਿਮ 'ਚ ਜਾਂਦੇ ਆ ਤੇ ਕਈ ਵਾਰੀ ਕ੍ਰੈਕ ਹੋ ਜਾਂਦੀ, ਬੋਨ ਕ੍ਰੈਕ ਹੋ ਜਾਂਦੀ ਆ। ਆਮ ਵੀ ਮੈਂ ਦੇਖਿਆ ਕਿ 18-19 ਸਾਲ ਦਾ ਜਵਾਕ ਜੇ ਥੱਲੇ ਡਿੱਗ ਜਾਵੇ ਕਿਸੇ ਸਕੂਟਰ ਮੋਟਰਸਾਈਕਲ ਤੋਂ ਤੇ ਉਹ ਵੀ ਬੜੀ ਛੇਤੀ ਉਹਦੀ ਬੋਨ ਜਿਹੜੀ ਆ ਕ੍ਰੈਕ ਹੋ ਜਾਂਦੀ ਹੈ ਜਾਂ ਭੁਰਨ ਦਾ ਕੁਛ ਇੱਦਾਂ ਹੋ ਜਾਂਦਾ। ਕਾਰਨ ਲੱਭਦਾ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਲੱਗਦਾ ਕਿ ਵਾਕਈ ਨਵੇਂ ਮੁੰਡਿਆਂ ਦੇ ਵਿੱਚ ਜਾਂ ਨਵੀਂ ਜਨਰੇਸ਼ਨ ਦੇ ਵਿੱਚ ਪ੍ਰੋਬਲਮ ਹੈ? ਤੋ ਲਾਰਜ ਐਕਸਟੈਂਟ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਆਈ ਫੀਲ ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਹੈ ਦੇ ਆਰ ਵੈਰੀ ਹਾਈਲੀ ਡਿਪੈਂਡੈਂਟ ਔਨ ਸਪਲੀਮੈਂਟਸ ਰਾਦਰ ਦੈਨ ਕਿ ਜਿਹੜੀ ਅੱਛੀ ਡਾਇਟ ਦੇ ਨਾਲੋਂ ਪੈਕੇਜਡ ਫੂਡ, ਪੈਕੇਜ ਸਪਲੀਮੈਂਟਸ 'ਤੇ ਬਹੁਤ ਜ਼ਿਆਦਾ ਡਿਪੈਂਡ ਹੋਈ ਜਾ ਰਹੀ ਹੈ ਅੱਜ ਕੱਲ੍ਹ ਦੀ ਯੂਥ। ਸੋ ਇਹਦੇ ਵਿੱਚ ਕੁਛ ਲਾਲਚ ਹੁੰਦਾ ਹੈ ਕਿ ਜਲਦੀ ਮਸਲ ਬਣਾ ਲਈਏ, ਚੰਗਾ ਮਸਲ ਬਣਾ ਲਈਏ ਤੇ ਬੋਡੀ ਸੋਹਣੀ ਦਿਖਣੀ ਚਾਹੀਦੀ ਹੈ। ਹੈਲਥ ਦੇ ਬਜਾਏ ਕਾਸਮੈਟਿਕ ਦੇ ਉੱਪਰ ਜ਼ਿਆਦਾ ਧਿਆਨ ਹੈ। ਜੇ ਆਪਾਂ ਹੈਲਥ ਨੂੰ ਲੈ ਕੇ ਚੱਲੀਏ ਤਾਂ ਨੈਚੁਰਲ ਜਿਹੜੇ ਸੋਰਸਿਸ ਨੇ ਪ੍ਰੋਟੀਨ ਦੇ ਜਾਂ ਮਸਲ ਨੂੰ ਬਿਲਡ ਕਰਨ ਦੇ, ਉਹਨਾਂ ਦੇ ਇਲਾਵਾ ਜੇ ਸ਼ਾਰਟਕਟ ਲੈਣ ਦੀ ਕੋਈ ਕੋਸ਼ਿਸ਼ ਕਰਾਂਗੇ, ਜੇ ਜ਼ਿਆਦਾ ਅਸੀਂ ਵੇ ਪ੍ਰੋਟੀਨ ਤੇ ਜਾਂ ਬਾਕੀ ਹੋਰ ਸਪਲੀਮੈਂਟਸ ਤੇ, ਜਾਂ ਇੱਕ ਬਹੁਤ ਬੁਰਾ ਖਤਰਨਾਕ ਟ੍ਰੈਂਡ ਅੱਜ ਕੱਲ੍ਹ ਪ੍ਰੀ ਵਰਕਆਊਟ ਜਾਂ ਬਾਅਦ ਦੇ ਵਿੱਚ ਰਿਕਵਰੀ ਦੇ ਲਈ ਫੈਟ ਬਰਨਰ ਕੈਪਸੂਲ ਜਾਂ ਇਸ ਤਰ੍ਹਾਂ ਦੇ ਕਈ ਹੋਰ ਜਿਹੜੇ ਪ੍ਰੋਡਕਟਸ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਕਈ ਮੈਡੀਕਲੀ ਅਪਰੂਵਡ, ਕਈ ਮੈਡੀਕਲੀ ਨਾਟ ਅਪਰੂਵਡ, ਲੋਕ ਲੈ ਰਹੇ ਨੇ, ਜਿਮ ਇੰਸਟਰਕਟਰਸ ਵੀ ਉਹ ਵੇਚ ਰਹੇ ਨੇ। ਸੋ ਆਈ ਫੀਲ ਇਹ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ, ਹੱਡੀ ਦੇ ਉੱਪਰ ਬਹੁਤ ਨੈਗੇਟਿਵ ਇੱਕ ਇਫੈਕਟ ਆਉਂਦਾ। ਅੱਛਾ, ਜਦੋਂ ਫਿਰ ਉਹ ਕਹਿੰਦੇ ਜਦੋਂ ਅਸੀਂ ਡਾਕਟਰ ਬਣੇ ਹੋਣੇ ਤੇ ਡਾਕਟਰ ਵੀ ਤਾਂ ਕੈਲਸ਼ੀਅਮ ਹੀ ਦਿੰਦਾ ਸਾਨੂੰ ਉਹੀ ਚੀਜ਼ਾਂ ਉਹ ਡਾਕਟਰ ਦਿੰਦਾ ਜਿਹੜੇ ਅਸੀਂ ਜਿਮ ਜਾਣ ਤੇ ਲੈਂਦੇ ਹਾਂ। ਵੈਲ ਓਨੈਸਟਲੀ ਸਪੀਕਿੰਗ ਤੁਸੀਂ ਆਪ ਸੋਚ ਕੇ ਦੇਖੋ ਕਿ 19-20 ਸਾਲ ਦੇ ਮੁੰਡੇ ਨੂੰ ਕੈਲਸ਼ੀਅਮ ਦੀ ਲੋੜ ਹੈ, ਗੋਲੀ ਦੀ ਤਾਂ ਕੋਈ ਲੋੜ ਨਹੀਂ, ਕਿਉਂਕਿ ਡਾਇਟ ਦੇ ਵਿੱਚ ਦੁੱਧ ਦਹੀਂ ਪਨੀਰ ਆਪਣੀ ਪੰਜਾਬ ਦੀ ਖੁਰਾਕ ਇੰਨੀ ਚੰਗੀ ਹੈ। ਦੇਸੀ ਘੀ ਛੱਡ ਕੇ ਜੇ ਅਸੀਂ ਦਵਾਈਆਂ ਦੇ ਉੱਪਰ ਜਾਈ ਚੱਲਾਂਗੇ ਤੇ ਦੇਸੀ ਘੀ ਨੂੰ ਕਹਾਂਗੇ ਕਿ ਬੁਰੀ ਚੀਜ਼ ਹੈ, ਦੈਟ ਇਜ਼ ਨਾਟ ਅ ਰਾਈਟ ਅਪਰੋਚ। ਮੈਨੂੰ ਲੱਗਦਾ ਹੈ ਕਿ ਜ਼ਿਆਦਾ ਕਰਕੇ ਨੈਚੁਰਲ ਡਾਇਟ, ਘਰ ਦਾ ਜਿਹੜਾ ਸਿੰਪਲ ਖਾਣਾ, ਸੋ ਦੁੱਧ ਹੋ ਗਿਆ, ਦਹੀਂ ਹੋ ਗਿਆ, ਪਨੀਰ ਹੋ ਗਿਆ, ਇਹਨਾਂ ਦੇ ਵਿੱਚ ਬਹੁਤ ਕੈਲਸ਼ੀਅਮ ਹੈ। ਸਾਰਿਆਂ ਫਰੂਟਸ ਦੇ ਵਿੱਚ, ਸਾਰੀਆਂ ਵੈਜੀਟੇਬਲਸ ਦੇ ਵਿੱਚ ਕੈਲਸ਼ੀਅਮ ਹੈ। ਜੇ ਅਸੀਂ ਇੱਕ ਹੋਲਸਮ ਡਾਇਟ ਚੰਗੀ ਤਰ੍ਹਾਂ ਨਾਲ ਲਵਾਂਗੇ, ਸਾਨੂੰ ਕੋਈ ਸਪਲੀਮੈਂਟ ਦੀ ਜ਼ਰੂਰਤ ਨਹੀਂ। ਅੱਛਾ, ਇੱਕ ਮੋਟਾ ਜਿਹਾ ਸਵਾਲ ਵੀ ਤੁਹਾਨੂੰ ਲੱਗਦਾ ਦੇਸੀ ਘੀ, ਕਿਉਂਕਿ ਆਪਾਂ ਕਹਿੰਦੇ ਵੀ ਅੱਜ ਕੱਲ੍ਹ ਨਾ ਜਵਾਕ ਕਹਿੰਦੇ ਵੀ ਦੇਸੀ ਘੀ ਘੱਟ ਖਾਣਾ ਆ, ਦੇਸੀ ਘੀ ਚੰਗਾ ਆ ਜਾਂ ਮਾੜਾ? ਇਟ ਇਜ਼ ਵਨ ਆਫ ਦ ਬੈਸਟ ਐਂਡ ਪਿਓਰੈਸਟ ਫਾਰਮਸ ਆਫ ਫੈਟ। ਸਭ ਤੋਂ ਚੰਗੀਆਂ ਫੈਟਸ ਦੇ ਵਿੱਚੋਂ ਦੇਸੀ ਘੀ ਗਿਣਿਆ ਜਾਂਦਾ ਹੈ। ਇਟ ਇਜ਼ ਸੋਲਡ ਇਨ ਅਮਰੀਕਾ, ਇਟ ਇਜ਼ ਕਾਲਡ ਕਲੈਰੀਫਾਈਡ ਬਟਰ। ਬੇਸਿਕਲੀ ਉਹਦੇ ਚੋਂ ਵੇ ਵੀ ਨਿਕਲ ਜਾਂਦਾ। ਸੋ ਜਿਹੜਾ ਪਿੱਛੇ ਤੱਤ ਬਚਿਆ, ਜਿਹੜਾ ਦੇਸੀ ਘੀ, ਬਹੁਤ ਹੀ ਹੈਲਦੀ ਚੀਜ਼ ਹੈ। ਦ ਟ੍ਰਿਕ ਇਜ਼ ਕਿ ਕੁਆਂਟਿਟੀ ਕਿੰਨੀ ਯੂਜ਼ ਕਰਨੀ ਹੈ। ਓਬਵੀਅਸਲੀ ਜੇ ਅਸੀਂ ਕਿਸੇ ਵੀ ਚੀਜ਼ ਨੂੰ ਅਬਿਊਜ਼ ਕਰਾਂਗੇ, ਹੁਣ ਚਾਹੇ ਆਟਾ ਹੀ ਹੈ, ਜੇ ਹੁਣ 2-4 ਰੋਟੀਆਂ ਦੀ ਬਜਾਏ ਕੋਈ 10 ਰੋਟੀਆਂ ਖਾਣ ਲੱਗ ਜਾਏਗਾ ਤਾਂ ਮੋਟਾਪਾ ਹੀ ਆਏਗਾ, ਫਿਰ ਉਹ ਵੀ ਜ਼ਹਿਰ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਪਰ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਲਿਮਿਟ 'ਚ ਯੂਜ਼ ਕਰਦੇ ਹਾਂ, ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਤੇ ਉਹਦਾ ਫਾਇਦਾ ਹੀ ਫਾਇਦਾ ਹੈ। ਦੇਸੀ ਘੀ ਇਜ਼ ਬੈਟਰ ਦੈਨ ਆਲ ਰਿਫਾਈਨਡ ਆਇਲਸ ਜਾਂ ਆਲ ਪ੍ਰੋਸੈਸਡ ਆਇਲਸ। ਜਿਹੜਾ ਦੇਸੀ ਘੀ ਹੈ ਉਹਦੇ ਬਹੁਤ ਫਾਇਦੇ ਨੇ, ਤਾਕਤ ਵੀ ਹੈ, ਪਿਓਰਿਟੀ ਵੀ ਹੈ, ਈਜ਼ੀਲੀ ਅਵੇਲੇਬਲ ਵੀ ਹੈ, ਮਾੜਾ ਨਹੀਂ, ਬਿਲਕੁਲ ਹੱਡੀਆਂ ਲਈ ਵੀ ਚੰਗਾ, ਬਹੁਤ ਅੱਛਾ ਹੈ। ਅੱਛਾ, ਮਤਲਬ ਹੁਣ ਮੈਂ ਨਾ ਕਿਸੇ ਡਾਕਟਰ ਦੇ ਨਾਲ ਹੀ ਐਂ ਗੱਲ ਕਰ ਰਿਹਾ ਸੀ ਤਨਵੀਰ ਜੀ, ਤੇ ਉਹ ਕਹਿੰਦੇ ਵੀ
ਜਦੋਂ ਔਰਤ ਜਿਹੜੀ ਆ 30 ਤੋਂ ਬਾਅਦ ਹੁੰਦੀ ਆ ਤੇ ਉਹਨੂੰ ਆਪਣੀ ਨਾ ਹੱਡੀਆਂ ਦਾ ਬਹੁਤ ਧਿਆਨ ਦੇਣਾ ਪੈਂਦਾ, ਕਿਉਂਕਿ ਉਹਦੇ ਚ ਕੈਲਸ਼ੀਅਮ ਉਨਾ ਨਹੀਂ ਰਹਿੰਦਾ ਹੈਗਾ, ਜਾਂ ਤਾਂ ਕਈ ਵਾਰੀ ਉਹਨੂੰ ਬੱਚਾ ਰੀਜ਼ਨ ਕਹਿੰਦਾ ਮੈਂਸਟਰੁਅਲ ਹੁੰਦਾ ਹੈ, ਜਾਂ ਫਿਰ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਹੁੰਦੀਆਂ। ਮੈਂਸਟਰੁਅਲ ਦੇ ਇਲਾਵਾ ਇੱਕ ਹੋਰ ਬਹੁਤ ਵੱਡੀ ਚੀਜ਼ ਹੈ ਜੋ ਜੈਂਟਸ 'ਚ ਨਹੀਂ ਹੈਗੀ, ਚਾਈਲਡ ਬਰਥ। ਸੋ ਬੱਚੇ ਨੂੰ ਪੈਦਾ ਕਰਨਾ, ਬੱਚੇ ਨੂੰ ਫੀਡ ਕਰਨਾ ਫॉर 1 ਈਅਰ 1.5 ਈਅਰ, ਬਾਡੀ ਦੇ ਉੱਪਰ ਉਹਦਾ ਬਹੁਤ ਡਿਮਾਂਡ ਹੈ। ਸੋ ਇੱਕ ਲੇਡੀ ਆਮ ਤੌਰ ਤੇ 25 26 27 28 ਸਾਲ ਦੀ ਉਮਰ ਦੇ ਵਿੱਚ ਜਦੋਂ ਮਾਂ ਬਣਦੀ ਹੈ, ਸੋ 9 ਮਹੀਨੇ ਪਹਿਲਾਂ ਬੱਚੇ ਨੂੰ ਕੈਰੀ ਕਰਨਾ, ਉਸ ਤੋਂ ਬਾਅਦ ਬੱਚੇ ਨੂੰ 1 ਸਾਲ 1.5 ਸਾਲ ਦੇ ਲਈ ਫੀਡ ਕਰਨਾ, ਪੁੱਟਸ ਅ ਲੋਟ ਆਫ ਸਟ੍ਰੈਸ ਬਾਡੀ ਦੇ ਉੱਪਰ, ਇੱਕ ਬਹੁਤ ਡਿਮਾਂਡ ਕ੍ਰੀਏਟ ਕਰਦਾ ਹੈ। ਸੋ ਇੱਕ ਪ੍ਰੈਗਨੈਂਸੀ ਤੋਂ ਬਾਅਦ ਕਈ ਵਾਰ ਐਡਿਕੁਏਟ ਗੈਪ ਨਹੀਂ ਹੁੰਦਾ, 2 ਸਾਲ ਜਾਂ ਉਸ ਤੋਂ ਵੀ ਘੱਟ ਟਾਈਮ ਦੇ ਵਿੱਚ ਦੂਸਰਾ ਬੇਬੀ ਹੋ ਜਾਂਦਾ ਹੈ। ਸੋ ਦੈਟ ਇਜ਼ ਵਾਈ ਮੈਡੀਕਲ ਸਾਇੰਸ ਸੇਜ਼ ਕਿ ਇੱਕ ਪ੍ਰੈਗਨੈਂਸੀ ਤੋਂ ਬਾਅਦ ਆਈਡੀਅਲੀ 3 ਤੋਂ 4 ਸਾਲ ਦਾ ਗੈਪ ਹੋਣਾ ਚਾਹੀਦਾ, ਬਾਡੀ ਨੂੰ ਰਿਕਵਰ ਕਰਨ ਦਾ ਟਾਈਮ ਮਿਲਣਾ ਚਾਹੀਦਾ, ਕਿਉਂਕਿ ਸਿਰਫ ਪ੍ਰੈਗਨੈਂਸੀ ਤੋਂ ਬਾਅਦ ਤੁਸੀਂ ਬੇਬੀ ਨੂੰ ਫੀਡ ਵੀ ਤਾਂ ਕਰਨਾ ਫॉर ਅ ਈਅਰ, ਉਹ ਵੀ ਬਾਡੀ ਦੇ ਉੱਪਰ ਡਿਮਾਂਡ ਲੈ ਰਹੀ ਹੈ। ਉਹ ਜਦੋਂ ਤੱਕ ਸੈਕੰਡ ਬੇਬੀ ਹਲੇ ਕਈ ਵਾਰ ਫੀਡ ਹੋ ਰਿਹਾ ਹੁੰਦਾ ਤੇ ਦੁਬਾਰਾ ਪ੍ਰੈਗਨੈਂਸੀ ਦੀ ਫਿਰ ਨਿਊਜ਼ ਆ ਜਾਂਦੀ ਹੈ। ਸੋ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਡਿਮਾਂਡ ਕ੍ਰੀਏਟ ਹੋ ਜਾਂਦੀ ਹੈ, ਹੱਡੀਆਂ ਦੇ ਵਿੱਚ ਵੀਕਨੈਸ ਤਾਂ ਫਿਰ ਆਣੀ ਹੈ, ਜਿੰਨਾ ਮਰਜ਼ੀ ਕੈਲਸ਼ੀਅਮ ਆਪਾਂ ਖਾਈ ਚੱਲੀਏ ਨਾ ਖਾਈ ਚੱਲੀਏ। ਸੋ ਆਈਡੀਅਲ ਫੈਮਿਲੀ ਪਲੈਨਿੰਗ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਡਿਊਰਿੰਗ ਪ੍ਰੈਗਨੈਂਸੀ ਤਾਂ ਕਈ ਲੇਡੀਜ਼ ਕੈਲਸ਼ੀਅਮ ਲੈਂਦੀਆਂ, ਕਈ ਨਹੀਂ ਵੀ ਲੈਂਦੀਆਂ, ਬਟ ਆਫਟਰ ਪ੍ਰੈਗਨੈਂਸੀ ਆਲਮੋਸਟ ਕੋਈ ਵੀ ਲੇਡੀ ਕੈਲਸ਼ੀਅਮ ਨਹੀਂ ਲੈਂਦੀ। ਜਦੋਂ ਬੇਬੀ ਨੂੰ ਫੀਡ ਕਰ ਰਹੇ ਆ ਤੇ ਸਾਡੀ ਆਲਮੋਸਟ 2500 mg ਦੀ ਰਿਕੁਆਇਰਮੈਂਟ ਹੈ ਕੈਲਸ਼ੀਅਮ ਦੀ ਪਰ ਡੇ, ਜੋ ਕਿ ਪ੍ਰੈਗਨੈਂਸੀ ਨਾਲੋਂ ਜ਼ਿਆਦਾ ਹੈ। ਪ੍ਰੈਗਨੈਂਸੀ 'ਚ ਸਿਰਫ 1500 ਤੇ ਆਫਟਰ ਪ੍ਰੈਗਨੈਂਸੀ 2500 mg ਦੀ ਰਿਕੁਆਇਰਮੈਂਟ ਪਰ ਡੇ। ਸੋ ਪ੍ਰੈਗਨੈਂਸੀ ਤੋਂ ਬਾਅਦ ਜਦੋਂ ਬੇਬੀ ਨੂੰ ਫੀਡ ਕਰਨਾ, ਜਦੋਂ ਮਦਰ ਨੇ ਆਪਣਾ ਮਿਲਕ ਕ੍ਰੀਏਟ ਕਰਕੇ ਬੇਬੀ ਨੂੰ ਦੇਣਾ, ਉਦੋਂ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੈ, ਨਾਟ ਓਨਲੀ ਫਰਮ ਨੈਚੁਰਲ ਸੋਰਸਿਸ ਬਟ ਸਮ ਸਪਲੀਮੈਂਟਸ। ਸੋ ਇਸ ਕਰਕੇ ਲੇਡੀਜ਼ 'ਚ ਆਸਟੀਓਪੋਰੋਸਿਸ ਜਾਂ ਵੀਕਨੈਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਜ਼ਿਆਦਾ ਹੈ ਜੈਂਟਸ ਦੇ ਨਾਲੋਂ। ਜੈਂਟਸ 'ਚ ਹੋਰ ਫੈਕਟਰਸ ਨੇ, ਜਿਸ ਤਰ੍ਹਾਂ ਸਮੋਕਿੰਗ, ਸਟੀਰੋਇਡ ਯੂਜ਼, ਐਕਸੈਸ ਆਫ ਅਦਰ ਸਪਲੀਮੈਂਟਸ ਜਿਹੜੇ ਕਿ ਬਾਡੀ ਦਾ ਵੈਸੇ ਨੁਕਸਾਨ ਕਰਦੇ, ਬੋਨਸ ਦਾ ਨੁਕਸਾਨ ਕਰਦੇ, ਬਟ ਲੇਡੀਜ਼ 'ਚ ਇਹ ਕਾਰਨ ਨੇ। ਜਦੋਂ ਹੁਣ ਆਪਾਂ ਔਰਤ ਦੀ ਤਾਂ ਗੱਲ ਕਰ ਲਈ ਵੀ 30 ਤੋਂ ਬਾਅਦ ਜਾਂ 28 ਤੋਂ ਬਾਅਦ ਜਾਂ ਪ੍ਰੈਗਨੈਂਸੀ ਦੌਰਾਨ ਜਾਂ ਉਹ ਤੋਂ ਬਾਅਦ ਬੰਦੇ ਕਦੋਂ ਆਪਣੀ ਹੱਡੀਆਂ ਦਾ ਧਿਆਨ ਰੱਖਣ? ਸੋ ਆਸਟੀਓਪੋਰੋਸਿਸ ਤੇ ਆਰਥਰਾਈਟਿਸ ਦੋਨੋਂ ਜਿਹੜੀਆਂ ਚੀਜ਼ਾਂ ਨੇ ਨਾ, ਦੇ ਸਟਾਰਟ ਅਰਾਊਂਡ 20-30 ਇਅਰਸ ਆਫ ਏਜ। ਸੋ ਜਦੋਂ 30s ਖਤਮ ਹੋਣ ਵਾਲੇ ਹੁੰਦੇ ਜੈਂਟਸ ਨੂੰ ਉਸ ਟਾਈਮ ਤੇ ਆਪਣੀ ਬਾਡੀ ਵੱਲ ਥੋੜਾ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ, ਟੂ ਦੀ ਐਕਸਟੈਂਟ ਦੈਟ ਇੱਕ ਮੈਡੀਕਲ ਕੰਸਲਟ ਪ੍ਰੋਬੇਬਲੀ ਇਜ਼ ਅ ਗੁੱਡ ਆਈਡੀਆ। ਅਰਾਊਂਡ 40 ਸਾਲ ਦੇ ਵਿੱਚ ਇੱਕ ਵਾਰ ਆਈ ਫੀਲ ਕਿ ਐਮਟੀ ਸਟਮਕ ਜਿਹੜਾ ਬਲੱਡ ਪੈਨਲ ਹੁੰਦਾ ਕਿਸੇ ਵੀ ਅੱਛੀ ਲੈਬ ਦਾ, ਉਹ ਜ਼ਰੂਰ ਕਰਵਾਉਣਾ ਚਾਹੀਦਾ, ਜਿਹਦੇ 'ਚ ਕੋਲੈਸਟਰੋਲ, ਥਾਇਰੋਇਡ, ਲਿਵਰ ਕਿਡਨੀ ਦਾ ਟੈਸਟ, ਵਿਟਾਮਿਨ ਡੀ, ਵਿਟਾਮਿਨ B12, ਹੋਰ ਕਈ ਹਾਰਮੋਨਸ ਟੈਸਟ ਹੁੰਦੇ ਨੇ, ਹੈ ਨਾ। ਜੈਂਟਸ ਦੇ ਵਿੱਚ PSA ਪ੍ਰੋਸਟੇਟ ਦਾ ਇੱਕ ਟੈਸਟ ਹੁੰਦਾ, ਲੇਡੀਜ਼ ਦੇ ਵਿੱਚ ਹੋਰ ਹਾਰਮੋਨਸ ਨੇ, ਉਹਨਾਂ ਸਾਰਿਆਂ ਦਾ ਟੈਸਟ ਕਰਾ ਕੇ ਇੱਕ ਆਈਡੀਅਲ, ਜੇ ਉਹਦੇ 'ਚ ਕੋਈ ਪਲੱਸ ਮਾਈਨਸ ਚੀਜ਼ ਆ ਰਹੀ ਹੈ, ਉਹਦਾ ਇਲਾਜ ਜੋ ਸ਼ੁਰੂ ਕੀਤਾ ਜਾਏ ਟਾਈਮ ਤੇ ਹੱਡੀਆਂ ਦੀ ਪ੍ਰੋਬਲਮ ਨੂੰ ਜ਼ਿਆਦਾ ਨਹੀਂ ਤੇ 10-15 ਸਾਲ ਅਸੀਂ ਡਿਲੇ ਕਰ ਸਕਦੇ ਹਾਂ। ਜੀ ਜਿਹੜੀ ਪ੍ਰੋਬਲਮ 40-45 ਤੇ ਅੱਜ ਕੱਲ੍ਹ ਲੋਕਾਂ ਨੂੰ ਆਉਣ ਲੱਗ ਗਈ ਹੈ, ਇਹ ਪਹਿਲਾਂ 50-60 ਤੋਂ ਪਹਿਲਾਂ ਨਹੀਂ ਸੀ ਹੁੰਦੀ। ਇਹ ਅੱਜ ਵੀ ਪੋਸੀਬਲ ਹੈ। ਅਸੀਂ ਆਪਣੇ ਵੱਲ ਧਿਆਨ ਘੱਟ ਦੇ ਰਹੇ, ਅਸੀਂ ਰੇਸ 'ਚ ਲੱਗੇ ਹੋਏ ਹਾਂ ਸਾਰੇ। ਸੋਹਣੇ ਲੱਗਣਾ, ਬਾਹਰੋਂ ਸੋਹਣੇ ਲੱਗਣਾ, ਅੰਦਰ ਚਾਹੇ ਕੁਝ ਵੀ ਚੱਲਦਾ, ਪਲੱਸ ਕੰਮ ਦੀ ਰੇਸ, ਪੈਸੇ ਦੀ ਰੇਸ, ਸਟ੍ਰੈਸ, ਇਹ ਸਾਰੀਆਂ ਚੀਜ਼ਾਂ। ਅੱਛਾ, ਤੁਸੀਂ ਸਟ੍ਰੈਸ, ਸੌਰੀ ਤੁਹਾਨੂੰ ਰੋਕ ਰਿਹਾ, ਸਟ੍ਰੈਸ ਦਾ ਤੁਸੀਂ ਨਾਂ ਲਿਆ, ਸਟ੍ਰੈਸ ਕਿੰਨਾ ਕੁ ਮਤਲਬ ਹੱਡੀਆਂ ਦੇ ਰੋਗਾਂ ਦੇ ਵਿੱਚ ਜਾਂ ਕਿਸੇ ਤਰੀਕੇ ਤੁਹਾਡੀਆਂ the entire health is dependent on mental stress। ਸੋ ਤਾਂ ਹੀ ਕਰਕੇ ਹੁਣ ਤੁਸੀਂ ਦੇਖੋ ਕਿ ਅੱਜ ਕੱਲ੍ਹ ਯੋਗਾ ਰਿਟਰੀਟਸ, ਮੈਡੀਟੇਸ਼ਨ, ਆਸ਼ਰਮ, ਇਸ ਤਰ੍ਹਾਂ ਦੀਆਂ ਚੀਜ਼ਾਂ ਕਿੰਨੀਆਂ ਦੇ ਆਰ ਕਮਿੰਗ ਅਪ ਬਿਕੋਜ਼ ਐਵਰੀਬਡੀ ਇਜ਼ ਫਟੀਗਡ। ਸਾਰੇ ਥੱਕ ਚੁੱਕੇ ਨੇ ਦਿਮਾਗ ਤੋਂ। ਕਿੰਨੀ ਫਰਸਟ੍ਰੇਸ਼ਨ ਹੈ ਲੋਕਾਂ ਦੇ ਵਿੱਚ, ਚਾਹੇ ਤੁਸੀਂ ਸੜਕਾਂ ਤੇ ਲੈ ਲਓ, ਚਾਹੇ ਤੁਸੀਂ ਪਬਲਿਕ ਪਲੇਸਿਸ ਤੇ ਲੈ ਲਓ, ਉਹ ਸਾਰੀ ਫਰਸਟ੍ਰੇਸ਼ਨ ਇਜ਼ ਡਿਊ ਟੂ ਸਟ੍ਰੈਸ, ਕਿਉਂਕਿ ਕੋਈ ਰਿਲੀਜ਼ ਨਹੀਂ ਹੈ ਕਿਸੇ ਦੇ ਕੋਲ ਵੀ। ਸੋ ਜਦੋਂ ਸਟ੍ਰੈਸ ਬਾਡੀ ਦੇ ਉੱਪਰ ਡਿਮਾਂਡ ਆਪਣੀ ਕ੍ਰੀਏਟ ਕਰਦਾ ਹੈ, ਉਹਦੇ ਨਾਲ ਹੈਲਥ ਦਾ, ਓਵਰਆਲ ਹੈਲਥ ਦਾ, ਇਮਿਊਨਿਟੀ ਦਾ, ਹਰ ਚੀਜ਼ ਦਾ ਨੁਕਸਾਨ ਹੁੰਦਾ। ਅੱਛਾ, ਤੁਸੀਂ ਕਹਿੰਦੇ ਹੋ ਵੀ ਹੱਡੀਆਂ ਭੁਰਦੀਆਂ, ਇਹਨੂੰ ਭੁਰਨਾ ਕਹਿੰਦੇ ਆ ਜਿਹਨੂੰ ਤੁਸੀਂ ਕਹਿੰਦੇ ਹੋ, ਕਿਵੇਂ ਪਤਾ ਲੱਗਦਾ ਵੀ ਕੋਈ ਜਿਹੜੇ ਹੁੰਦੇ ਆ ਵੀ ਸਿਪਟਮ ਆਉਣੇ ਸ਼ੁਰੂ ਹੋ ਜਾਂਦੇ ਆ? ਵੈਲ, ਆਮ ਤੌਰ ਤੇ ਜਦੋਂ ਆਪਾਂ ਹੱਡੀ ਦੇਖੀਏ ਨਾ, ਫੋਰ ਐਗਜ਼ਾਮਪਲ ਹੱਡੀ ਦਾ ਕ੍ਰਾਸ ਸੈਕਸ਼ਨ ਇਸ ਤਰ੍ਹਾਂ ਦਾ ਦਿਖਦਾ ਹੈ। ਸੋ ਇਹ ਜੁਆਇੰਟ ਹੈ, ਬਾਕੀ ਹੱਡੀ ਦਾ ਕ੍ਰਾਸ ਸੈਕਸ਼ਨ ਹੈ, ਇੱਕ ਮੈਟ੍ਰਿਕਸ ਦੀ ਤਰ੍ਹਾਂ ਹੈ, ਜਿਹਦੇ ਅੰਦਰ ਜਿਸ ਤਰ੍ਹਾਂ ਜਾਲੀ ਹੈ, ਜਿਹਦੇ 'ਚ ਸੀਮੈਂਟ ਭਰਿਆ ਹੋਇਆ ਹੈ। ਜਿਸ ਤਰ੍ਹਾਂ ਕਰਕੇ ਹੱਡੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਅੰਦਰੋਂ ਇਸ ਤਰ੍ਹਾਂ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕੰਡੀਸ਼ਨ ਨੂੰ ਆਸਟੀਓਪੋਰੋਸਿਸ ਕਹਿੰਦੇ ਆ, ਜਾਂ ਹੱਡੀਆਂ ਦਾ ਭੁਰਨਾ ਕਹਿੰਦੇ ਆ। ਇਹ ਆਰਥਰਾਈਟਿਸ ਨਹੀਂ। ਆਰਥਰਾਈਟਿਸ ਦੇ ਵਿੱਚ ਸਿਰਫ ਜੋੜ ਦਾ ਐਂਡ ਕਿਸਦਾ ਹੈ, ਜਿਸ ਜਗ੍ਹਾ ਦੇ ਉੱਪਰ ਜੋੜ ਇੱਕ ਦੂਜੇ ਹੱਡੀ ਨਾਲ ਮਿਲਦਾ ਹੈ, ਜਿਹੜੀ ਚੀਜ਼ ਚਾਹੇ ਗੋਡਾ ਹੈ, ਚਾਹੇ ਚੂਲਾ ਹੈ, ਚਾਹੇ ਕੋਈ ਵੀ, ਸੋ ਉਹ ਆਰਥਰਾਈਟਿਸ ਹੈ, ਜਿਹਨੂੰ ਗਰੀਸ ਦੀ ਪ੍ਰੋਬਲਮ ਕਹਿੰਦੇ ਆ। ਇਹ ਜਿਹੜੀ ਹੈ ਗੱਲ, ਇਹ ਅਸੀਂ ਦੂਸਰੀ ਗੱਲ ਕਰ ਰਹੇ। ਇਹ ਓਵਰਆਲ ਸਾਰੀ ਬੋਨ ਦੀਆਂ ਜਿੰਨੀਆਂ ਆਪਣੀ ਸਰੀਰ ਦੇ ਵਿੱਚ ਹੱਡੀਆਂ ਨੇ, ਇਹ ਸਾਰਿਆਂ ਦੀ ਗੱਲ ਕਰ ਰਹੇ। ਸੋ ਆਸਟੀਓਪੋਰੋਸਿਸ ਨੂੰ ਦ ਬੈਸਟ ਪਾਰਟ ਇਜ਼ ਕਿ ਅਸੀਂ ਟ੍ਰੀਟ ਕਰ ਸਕਦੇ। ਆਰਥਰਾਈਟਿਸ ਦੇ ਵਿੱਚ ਜਦੋਂ ਜੋੜ ਘਿਸ ਜਾਂਦਾ ਹੈ, ਦ ਓਨਲੀ ਐਂਡ ਆਪਸ਼ਨ ਬਿਕਮਸ ਰਿਪਲੇਸਮੈਂਟ, ਕਿ ਉਹਨੂੰ ਜੋੜ ਨੂੰ ਬਦਲਣਾ ਪੈਂਦਾ, ਚਾਹੇ ਉਹ ਚੂਲਾ ਹੈ, ਚਾਹੇ ਉਹ ਗੋਡਾ ਹੈ, ਈਵਨ ਮੋਢਿਆਂ ਦਾ ਆਪਰੇਸ਼ਨ ਹੁੰਦਾ ਹੈ।
ਆਸਟੀਓਪੋਰੋਸਿਸ ਦੇ ਵਿੱਚ ਜਿਹੜੀ ਹੱਡੀ ਅੰਦਰੋਂ ਭੁਰਦੀ ਹੈ, ਇਹਨੂੰ ਮੈਡੀਕਲੀ ਟਰੀਟ ਕਰਕੇ ਵਿਦ ਟੈਬਲੇਟਸ, ਕਿਸੇ ਪੇਸ਼ੈਂਟਸ ਨੂੰ ਜ਼ਰੂਰਤ ਪੈਂਦੀ ਸਪਰੇ ਜਾਂ ਕੋਈ ਇੰਜੈਕਸ਼ਨਸ ਵੀ ਆਉਂਦੇ ਨੇ, ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਆਸਟੀਓਪੋਰੋਸਿਸ ਨੂੰ 80% 90% ਤੱਕ ਠੀਕ ਕਰ ਸਕਦੇ ਹਾਂ ਜੀ। ਸੋ ਓਵਰਆਲ ਹੱਡੀ 'ਚ ਮਜ਼ਬੂਤੀ ਆਉਂਦੀ ਹੈ, ਸਰੀਰ 'ਚ ਜਾਨ ਆਉਂਦੀ ਹੈ, ਪੇਸ਼ੈਂਟ ਦੀਆਂ ਦਰਦਾਂ ਰੋਜ਼ਮਰਾ ਦੀਆਂ ਕਿ ਇੱਥੋਂ ਵੀ ਹੱਡੀ ਦੁਖਦੀ ਹੈ, ਇੱਥੋਂ ਵੀ ਸਰੀਰ ਦੁਖਦਾ, ਪਿੱਠ ਵੀ ਦੁਖਦੀ, ਛਾਤੀ ਵੀ ਦੁਖਦੀ, ਚੈਸਟ ਵੀ ਦੁਖਦੀ ਹੈ, ਰਿਬਸ ਵੀ ਦੁਖਦੀਆਂ ਨੇ, ਇਹ ਸਾਰੀ ਪ੍ਰੋਬਲਮਸ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੈਲਸ਼ੀਅਮ ਜੇ ਦਈਏ ਜਾਂ ਕੁਝ ਥੋੜ੍ਹੀਆਂ, ਸਿਰਫ ਕੈਲਸ਼ੀਅਮ ਨਹੀਂ, ਇਹਦੇ ਹੋਰ ਬਹੁਤ ਐਡਵਾਂਸ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਨੇ। ਸੋ ਤੁਸੀਂ ਮੈਨੂੰ ਪੁੱਛਿਆ ਸੀ ਕਿ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਹੱਡੀ ਕਿੰਨੀ ਇਹਦੇ ਅਲੱਗ-ਅਲੱਗ ਤਰ੍ਹਾਂ ਦੇ ਸਕੈਨਸ ਆਉਂਦੇ ਨੇ। ਉਹਨਾਂ 'ਚੋਂ ਇੱਕ ਸਕੈਨ ਹੈ ਡੈਕਸਾ ਸਕੈਨ, ਵਿਚ ਇਜ਼ ਕਾਲਡ ਡੂਅਲ ਐਨਰਜੀ ਐਕਸ-ਰੇ ਐਬਜ਼ੌਰਪਸ਼ੀਓਮੈਟਰੀ। ਸੋ ਡੈਕਸਾ ਸਕੈਨ ਇੱਕ ਐਸਾ ਸਕੈਨ ਹੈ ਜਿਹੜਾ ਕਿ ਐਕਸ-ਰੇ ਟੈਕਨੀਕ ਦੇ ਨਾਲ ਕੀਤਾ ਜਾਂਦਾ, ਬਟ ਉਹਦੇ 'ਚ ਰੇਡੀਏਸ਼ਨ ਬਹੁਤ ਥੋੜੀ ਹੈ ਜੀ। ਇੱਕ ਐਕਸ-ਰੇ ਤੋਂ ਵੀ ਕਈ ਗੁਣਾ ਘੱਟ ਰੇਡੀਏਸ਼ਨ ਦੇ ਨਾਲ ਇੱਕ ਸਕੈਨ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਪ੍ਰਾਇਮਰੀਲੀ ਸਪਾਈਨ, ਮਣਕੇ ਤੇ ਚੂਲੇ ਦੇ ਵਿੱਚ ਕਿੰਨੀ ਕਮਜ਼ੋਰੀ ਹੈ ਜਾਂ ਨਹੀਂ। ਉਹਦੇ ਹਿਸਾਬ ਨਾਲ ਕਿਸੇ ਪੇਸ਼ੈਂਟ ਨੂੰ ਜੇ ਸਿਰਫ ਕੈਲਸ਼ੀਅਮ ਦੀ ਜ਼ਰੂਰਤ ਹੈ ਜਾਂ ਉਹਦੇ ਨਾਲ ਕੋਈ ਹੋਰ ਦਵਾਈਆਂ ਦੀ ਜਾਂ ਕੋਈ ਸਪਰੇ ਦੀ ਜਾਂ ਇੰਜੈਕਸ਼ਨ ਦੀ ਲੋੜ ਹੈ, ਤੇ ਕਿੰਨੀ ਦੇਰ ਲਈ ਜ਼ਰੂਰਤ ਹੈ ਕਿ ਅਸੀਂ ਆਸਟੀਓਪੋਰੋਸਿਸ ਨੂੰ ਠੀਕ ਤਰ੍ਹਾਂ ਟਰੀਟ ਕਰ ਸਕਦੇ ਹਾਂ, ਉਹ ਚੀਜ਼ ਬੜੀ ਕਲੀਅਰਲੀ ਡਿਫਾਈਨ ਹੋ ਜਾਂਦੀ। ਉਹਦਾ ਇੱਕ ਸਕੋਰ ਆਉਂਦਾ ਜਿਹੜਾ ਕਿ ਇਲਾਜ ਤੋਂ ਬਾਅਦ ਇੰਪਰੂਵ ਵੀ ਕਰਦਾ। ਪੇਸ਼ੈਂਟ ਨੂੰ ਆਪ ਵੀ ਮਹਿਸੂਸ ਹੁੰਦਾ ਤੇ ਅਸੀਂ ਦੇਖ ਵੀ ਸਕਦੇ ਹਾਂ, ਆਬਜੈਕਟਿਵਲੀ ਦੇਖ ਸਕਦੇ ਹਾਂ ਕਿ ਦ ਟ੍ਰੀਟਮੈਂਟ ਹੈਜ਼ ਵਰਕਡ, ਕਿ ਇਲਾਜ ਸਕਸੈਸਫੁਲ ਰਿਹਾ, ਕਾਮਯਾਬ ਰਿਹਾ। ਉਸ ਤੋਂ ਬਾਅਦ ਰਿਪੋਰਟ ਬੈਟਰ ਆਈ ਜੀ। ਇੱਕ ਵਾਰ ਸਪਲੀਮੈਂਟ ਦੇ ਕੇ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਹੁਣ, ਤੁਸੀਂ ਤੁਹਾਡੇ ਕੋਲ ਦੇ ਭਾਂਤ-ਭਾਂਤ ਦੇ ਪੇਸ਼ੈਂਟਸ ਆਉਂਦੇ ਹੋਣਗੇ। ਪੁਰਾਣੇ ਜ਼ਮਾਨੇ 'ਚ ਅਸੀਂ ਕਹਿੰਦੇ ਸੀ ਵੀ ਜੀ 60-65 ਸਾਲ ਤੱਕ ਹੱਡੀਆਂ ਲੋਹੇ ਵਾਂਗੂ ਮਜ਼ਬੂਤ ਰਹਿੰਦੀਆਂ ਸੀ, ਕਿਉਂਕਿ ਹੱਡੀ ਜਿਹੜੀ ਆ ਉਹ ਆਪਾਂ ਕਹਿੰਦੇ ਹਾਂ ਕਿ ਬਹੁਤ ਤਕੜੀ ਹੁੰਦੀ ਹੈ, ਬਹੁਤ ਫਿਜ਼ੀਕਲ ਲੇਬਰ ਸੀ ਉਸ ਟਾਈਮ ਤੇ। ਸੋ ਜਿਹੜੀ ਹੱਡੀ ਮਜ਼ਬੂਤ ਰਹਿੰਦੀ ਸੀ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਸਾਡੀ ਜਿਹੜੀ ਜ਼ਿਆਦਾ ਕਰਕੇ ਲਾਈਫ ਸਟਾਈਲ ਸੀਗਾ ਬਜ਼ੁਰਗਾਂ ਦਾ ਉਸ ਟਾਈਮ 'ਚ, ਦੇ ਵਰ ਫਿਜ਼ੀਕਲ ਵਰਕਰਸ ਇਨ ਦ ਫੀਲਡਸ। ਉਹ ਧੁੱਪੇ ਕੰਮ ਕਰਦੇ ਸੀਗੇ ਸਾਰਾ ਦਿਨ, ਜ਼ੋਰ ਵਾਲਾ ਕੰਮ ਜੀ। ਸੋ ਇੱਕ ਤਰ੍ਹਾਂ ਦਾ ਤੁਸੀਂ ਦੇਖ ਕੇ ਚੱਲੋ ਕਿ ਉਹ ਰੋਜ਼ ਦੀ 6-8 ਘੰਟੇ 10 ਘੰਟੇ ਦੀ ਮਿਹਨਤ ਸੀਗੀ, ਜਿਹੜੀ ਕਿ ਅੱਜ ਕੱਲ੍ਹ ਦੇ ਨੌਜਵਾਨਾਂ 'ਚ, ਈਵਨ ਸਾਡੇ 'ਚ ਨਹੀਂ ਹੈ। ਅਸੀਂ ਹੁਣ ਇੰਡੋਰ ਰਹਿਣ ਲੱਗ ਗਏ ਹਾਂ, ਏਸੀਆਂ ਦੇ ਵਿੱਚ ਰਹਿਣ ਲੱਗ ਗਏ ਹਾਂ, ਐਂਟੀਬਾਇਓਟਿਕ ਵਾਲਾ ਤੇ ਸਟੀਰੋਇਡ ਵਾਲਾ ਖਾਣਾ ਖਾਣ ਲੱਗ ਗਏ ਹਾਂ, ਚਾਹੇ ਉਹ ਸਬਜ਼ੀ ਹੈ, ਚਾਹੇ ਉਹ ਮੀਟ ਹੈ, ਚਾਹੇ ਉਹ ਮਿਲਕ ਹੈ, ਚਾਹੇ ਉਹ ਅੰਡੇ ਹੈ। ਉਹਦੇ ਇਲਾਵਾ ਐਕਸਰਸਾਈਜ਼ ਹੁੰਦੀ ਹੈ ਹਫ਼ਤੇ 'ਚ 1 ਵਾਰ 2 ਵਾਰ, ਵੱਧ ਤੋਂ ਵੱਧ 15-20 ਮਿੰਟ, ਅੱਧਾ ਘੰਟਾ, ਪੌਣਾ ਘੰਟਾ, ਉਹ ਵੀ ਧੁੱਪੇ ਨਹੀਂ, ਉਹ ਵੀ ਜਿਮ ਦੇ ਵਿੱਚ, ਉਹ ਵੀ ਏਸੀ ਦੇ ਵਿੱਚ। ਵਾਕਈ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਫਰਕ ਪੈਂਦਾ। ਉਹ ਲੋਹੇ ਵਾਲੀਆਂ ਹੱਡੀਆਂ ਤਾਂ ਹੀ ਨਹੀਂ ਰਹਿ ਰਹੀਆਂ ਹੁਣ। ਅੱਛਾ, ਜਦੋਂ ਆਪਾਂ ਕਹਿੰਦੇ ਵਿਟਾਮਿਨ ਡੀ ਦੀ ਗੱਲ ਕਰਦੇ ਹਾਂ ਵੀ ਇਹਦਾ ਵੀ ਕੋਈ ਰੋਲ ਹੁੰਦਾ? ਤੁਸੀਂ ਕਹਿੰਦੇ ਧੁੱਪ 'ਚ ਰਹਿਣਾ। ਵਿਟਾਮਿਨ ਡੀ ਨੂੰ ਸਨਸ਼ਾਈਨ ਵਿਟਾਮਿਨ ਕਿਹਾ ਜਾਂਦਾ ਹੈ, ਨਾਟ ਓਨਲੀ ਬਿਕੋਜ਼ ਕਿ ਸਨਸ਼ਾਈਨ ਤੋਂ ਬੋਡੀ ਇਹ ਪ੍ਰੋਡਿਊਸ ਕਰਦੀ ਹੈ ਵਿਟਾਮਿਨ ਡੀ। ਵਿਟਾਮਿਨ ਡੀ ਐਕਚੁਅਲੀ ਸਨਸ਼ਾਈਨ ਦੇ ਵਿੱਚ ਨਹੀਂ ਹੁੰਦਾ। ਜਦੋਂ ਸਨਸ਼ਾਈਨ ਬੋਡੀ ਦੇ ਉੱਪਰ ਪੈਂਦੀ ਹੈ, ਸਕਿਨ ਤੇ ਪੈਂਦੀ ਹੈ, ਤੇ ਅੰਦਰ ਇਸ ਤਰ੍ਹਾਂ ਦਾ ਸਿਸਟਮ ਹੈ ਬੋਡੀ ਦੇ ਵਿੱਚ ਬਣਿਆ ਹੋਇਆ ਐਨਜ਼ਾਈਮਸ ਦਾ ਕਿ ਵਿਟਾਮਿਨ ਡੀ ਬੋਡੀ ਖੁਦ ਪ੍ਰੋਡਿਊਸ ਕਰਦੀ ਹੈ। ਸੋ ਅ ਗੁੱਡ ਐਡਿਕੁਏਟ ਸਨ ਐਕਸਪੋਜ਼ਰ, ਕਿ ਧੁੱਪੇ ਰਹਿਣ ਦੇ ਨਾਲ ਬੋਡੀ ਆਪ ਵਿਟਾਮਿਨ ਡੀ ਪ੍ਰੋਡਿਊਸ ਕਰਦੀ ਹੈ। ਬਟ ਕਈ ਲੋਕਾਂ ਦੇ ਵਿੱਚ ਬਿਕੋਜ਼ ਸਨ ਐਕਸਪੋਜ਼ਰ ਬਹੁਤ ਘੱਟ ਹੈਗਾ, ਜਾਂ ਸਾਡੇ ਹੁਣ ਸ਼ਹਿਰਾਂ ਦੇ ਵਿੱਚ ਇੰਨੇ ਪੋਲਿਊਸ਼ਨ ਦੇ ਵਿੱਚ ਧੁੱਪ ਜਿਹੜੀ ਮਿਲੇਗੀ ਵੀ ਉਹਦੇ 'ਚ ਉਸ ਤਰ੍ਹਾਂ ਦੀਆਂ ਕਿਰਨਾਂ ਨਹੀਂ ਪਹੁੰਚ ਪਾਉਂਦੀਆਂ ਸਾਡੇ ਤੱਕ, ਜਿਹੜੀ ਕਿ ਪਿੰਡਾਂ ਦੇ ਲੋਕਾਂ ਨੂੰ ਜਾਂ ਖੇਤ ਜਿੱਥੇ ਲੋਕ ਬਾਹਰ ਖੁੱਲ੍ਹੇ 'ਚ ਰਹਿੰਦੇ ਨੇ ਉਹਨਾਂ ਨੂੰ ਉਹ ਵਾਲੀ ਜਿਹੜੀ ਧੁੱਪ ਮਿਲਦੀ ਹੈ ਉਹਦਾ ਫਾਇਦਾ ਜ਼ਿਆਦਾ ਹੈ। ਹੁਣ ਜਲੰਧਰ, ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਪੋਲਿਊਸ਼ਨ ਇੰਨਾ ਹੈ, ਜਿੱਥੇ ਸਮੋਕ ਇੰਨੀ ਹੈ, ਜਿਹਨੂੰ ਸਮੌਗ ਕਹਿ ਦਿੰਦੇ ਆ ਸਰਦੀਆਂ ਦੇ ਵਿੱਚ, ਸਮੋਕ ਤੇ ਫੌਗ ਦਾ ਮਿਕਸਚਰ ਹੈ, ਉੱਥੇ ਨਾ ਤਾਂ ਧੁੱਪ ਪਹੁੰਚਣੀ ਹੈ ਨਾ ਧੁੱਪ ਦੀਆਂ ਕਿਰਨਾਂ ਪਹੁੰਚਣੀਆਂ, ਭਾਵੇਂ ਆਪਾਂ ਦਿਨੇ ਬੈਠੇ ਵੀ ਰਹੀਏ ਬਾਹਰ। ਸੋ ਉਸ ਕੇਸ ਦੇ ਵਿੱਚ ਜੇ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਰਹੀ ਹੈ, ਵਿਟਾਮਿਨ ਡੀ ਦੀ ਘਾਟ ਹੋ ਰਹੀ ਹੈ, ਫਿਰ ਥੋੜੇ ਬਹੁਤ ਸਪਲੀਮੈਂਟਸ ਲੈਣ ਦਾ ਫਾਇਦਾ ਹੁੰਦਾ। ਅੱਛਾ, ਮਤਲਬ ਗੱਲ ਇਹੀ ਮੁੜਦੀ ਹੈ ਵੀ ਜੇ ਤੁਸੀਂ 올ਡ ਸਕੂਲ ਹੈਗੇ ਆ, ਲਾਈਕ ਤੁਸੀਂ ਚੰਗਾ ਖਾਣ ਪਾਣਾ ਤੁਹਾਡਾ, ਤੁਸੀਂ ਐਕਸਰਸਾਈਜ਼ ਪ੍ਰੋਪਰ ਕਰਦੇ ਆ, ਹੱਥੀਂ ਕੰਮ ਕਰਦੇ ਆ, ਤਾਂ ਤੁਸੀਂ ਕਿਤੇ ਨਾ ਕਿਤੇ ਆਪਣੀਆਂ ਹੱਡੀਆਂ ਨੂੰ ਵੀ ਬਚਾ ਕੇ। ਐਬਸੋਲੂਟਲੀ, ਕਹਿੰਦੇ ਨਹੀਂ 올ਡ ਇਜ਼ ਗੋਲਡ। ਸੋ ਜਿਹੜਾ ਪੁਰਾਣਾ ਰੀਤੀ ਰਿਵਾਜ ਸੀ, ਸਾਈਕਲ ਚਲਾਉਣਾ, ਹੱਡੀਆਂ ਨਾਲ ਆਪਣੇ ਹੱਥ ਪੈਰਾਂ ਨਾਲ ਕੰਮ ਕਰਨਾ, ਹੱਡੀਆਂ ਨੂੰ ਮਜ਼ਬੂਤ ਰੱਖਣਾ, ਮਾਲਿਸ਼ਾਂ ਕਰਨੀਆਂ, ਸੋ ਆਲ ਦੋਜ਼ ਥਿੰਗਸ। ਸਰੋਂ ਦੇ ਤੇਲ ਦੀ ਮਾਲਿਸ਼ ਕਰਦੇ ਹੁੰਦੇ ਸੀਗੇ ਆਪਣੇ ਬਜ਼ੁਰਗ ਜੀ। ਨਹਾਉਣ ਤੋਂ ਪਹਿਲਾਂ ਮੈਂ ਦੇਖਿਆ ਮੇਰੇ ਨਾਨਾ ਜੀ, ਦਾਦਾ ਜੀ ਕਰਦੇ ਰਹੇ ਆ, ਸਾਡੇ ਵੀ ਕਰਦੇ ਰਹੇ ਨੇ ਜੀ। ਸੋ ਆਲ ਆਫ ਦੈਟ ਇਜ਼ ਵੈਰੀ ਬੈਨੀਫੀਸ਼ੀਅਲ ਬਿਕੋਜ਼ ਉਹਦੇ ਨਾਲ ਮਸਲ ਦੇ ਵਿੱਚ ਜਿਹੜਾ ਕਿ ਇੱਕ ਹਾਰਮਫੁਲ ਮੈਟਾਬੋਲਾਈਟਸ ਪ੍ਰੋਡਿਊਸ ਹੁੰਦੇ ਨੂੰ ਲੈਕਟਿਕ ਐਸਿਡ ਕਹਿੰਦੇ, ਜਿਹਦੇ ਕਰਕੇ ਆਮ ਤੌਰ ਤੇ ਤੁਸੀਂ ਦੇਖਦੇ ਹੋ ਖੱਲੀਆਂ ਪੈਂਦੀਆਂ ਨੇ ਜਾਂ ਕ੍ਰੈਂਪਸ ਫੀਲ ਕਰਦੇ। ਲੇਡੀਜ਼ ਆਮ ਤੌਰ ਤੇ ਕਹਿੰਦੀ ਸਾਡੀ ਨਸ ਚੜ ਗਈ, ਨਾੜ ਚੜ ਗਈ। ਇਸ ਤਰ੍ਹਾਂ ਦੀ ਪ੍ਰੋਬਲਮ ਇਸ ਕਰਕੇ ਹੁੰਦੀ ਹੈ ਬਿਕੋਜ਼ ਲੈਕ ਆਫ ਐਕਸਰਸਾਈਜ਼, ਲੈਕ ਆਫ ਵਾਟਰ, ਲੈਕ ਆਫ ਹਾਈਡਰੇਸ਼ਨ, ਪਾਣੀ ਘੱਟ ਪੀ ਰਹੇ ਹਾਂ ਅਸੀਂ, ਤੇ ਲੈਕ ਆਫ ਮਸਾਜ ਡੇਲੀ 15-20 ਮਿੰਟ ਚਾਹੀਦੀ ਹੈ ਸਰੀਰ ਨੂੰ। ਉਹਦੇ ਨਾਲ ਇੱਕ ਤਾਂ ਥਕਾਵਟ ਉਤਰਦੀ ਹੈ, ਬਲੱਡ ਦੀ ਸਰਕੂਲੇਸ਼ਨ ਵੱਧਦੀ ਹੈ, ਮਸਲ ਰਿਲੈਕਸ ਹੁੰਦਾ ਹੈ, ਜੁਆਇੰਟਸ ਸੌਫਟ ਰਹਿੰਦੇ ਨੇ ਕਿਉਂਕਿ ਜਦੋਂ ਮਾਲਿਸ਼ ਹੋਏਗੀ ਜੋੜ ਮੁੜੇਗਾ, ਸਿੱਧਾ ਕਰੋਗੇ, ਸੋ ਜੋੜ ਦੀ ਵੀ ਮਾਲਿਸ਼ ਹੋਣੀ ਹੈ ਨਾਲ। ਸੋ ਮਾਲਿਸ਼ ਆਪਣੇ ਆਪ 'ਚ ਇੱਕ ਬਹੁਤ, ਕਿਹੜਾ ਤੇਲ ਯੂਜ਼ ਕਰ ਰਹੇ ਹੋ ਬਹੁਤਾ ਮੈਟਰ ਨਹੀਂ ਕਰਦਾ। ਚਾਹੇ ਤੁਸੀਂ ਕੋਈ ਦਵਾਈ ਵਰਗਾ ਤੇਲ ਯੂਜ਼ ਕਰੋ ਜਾਂ ਸਰੋਂ ਦਾ ਤੇਲ ਯੂਜ਼ ਕਰੋ ਜਾਂ ਕੋਈ ਵੀ ਹੋਰ ਆਇਲ ਯੂਜ਼ ਕਰੋ, ਉਸ ਦਾ ਦ ਫਿਜ਼ੀਕਲ ਐਕਸ਼ਨ ਆਫ ਮਸਾਜ, ਘੁੱਟਣ ਦਾ ਜਾਂ ਮਸਾਜ ਕਰਨ ਦਾ ਜਿਹੜਾ ਫਾਇਦਾ ਹੈ ਉਹਦਾ ਫਾਇਦਾ ਜ਼ਿਆਦਾ ਹੈ।
ਮਤਲਬ ਇਹ ਕਹਿ ਲਈਏ ਵੀ ਵਾਕਈ ਮਸਾਜ ਜਿਹੜੀ ਆ ਉਹ ਬਹੁਤ ਜ਼ਿਆਦਾ ਚੰਗੀ ਚੀਜ਼ ਆ। ਐਬਸੋਲੂਟਲੀ। ਕਿੰਨੇ ਦਿਨ ਚ ਕਰਨਾ ਚਾਹੀਦਾ ਹੈ, ਹਫਤੇ ਚ ਕਿੰਨੇ ਵਾਰੀ ਕਰਨੀ ਚਾਹੀਦੀ ਹੈ, ਜਾਂ ਦਿਨ ਚ ਇੱਕ ਵਾਰ ਕਰਨੀ ਚਾਹੀਦੀ ਹੈ? ਆਈ ਥਿੰਕ ਥੋੜੀ ਬਹੁਤ ਮਸਾਜ ਤਾਂ ਰੋਜ਼ ਚਾਹੀਦੀ ਹੈ, ਸਪੈਸ਼ਲੀ ਜਿਹੜਾ ਕੋਈ ਬੰਦਾ ਐਕਸਰਸਾਈਜ਼ ਕਰ ਰਿਹਾ ਜਾਂ ਕੋਈ ਫਿਜ਼ੀਕਲ ਐਕਟੀਵਿਟੀ ਕਰ ਰਿਹਾ, ਕੋਈ ਜਿਮ ਜਾ ਰਿਹਾ, ਉਸ ਤੋਂ ਬਾਅਦ 10-15 ਮਿੰਟ 20 ਮਿੰਟ ਮਸਾਜ ਬਹੁਤ ਫਾਇਦੇਮੰਦ ਹੈ, ਬਟ ਹਫਤੇ 'ਚ ਇੱਕ ਵਾਰ 2 ਵਾਰ ਮਸਾਜ ਜ਼ਰੂਰ ਕਰਾਉਣੀ ਚਾਹੀਦੀ ਹੈ। ਅੱਛਾ, ਮੈਂ ਡਾਕਟਰ ਸਾਹਿਬ ਇਹ ਵੀ ਸੁਣਿਆ ਸੀ ਕਿਸੇ ਤੋਂ ਕਿ ਤੁਸੀਂ ਜਿਹੜੀਆਂ ਤੁਹਾਡੇ ਪੈਰਾਂ ਦੀਆਂ ਤਲੀਆਂ ਜੇ ਉਹਨਾਂ ਦੀ ਮਸਾਜ ਤੁਸੀਂ ਆਪਣੇ ਥੰਬ ਨਾਲ ਕਰਦੇ ਆ ਤੇ ਉਹਦੇ ਨਾਲ ਵੀ ਤੁਹਾਨੂੰ ਹੱਡੀਆਂ ਦੀ ਪ੍ਰੋਬਲਮ ਜਾਂ ਰਿਲੈਕਸੇਸ਼ਨ ਮਿਲਦੀ? ਐਬਸੋਲੂਟਲੀ। ਸੋ ਉਹ ਦੋ ਅਲੱਗ-ਅਲੱਗ ਸਾਇੰਸਿਸ ਨੇ। ਇੱਕ ਤਾਂ ਜਿਹੜੇ ਪੈਰਾਂ ਦੇ ਵਿੱਚ ਆਪਾਂ ਆਮ ਤੌਰ ਤੇ ਦੇਖਦੇ ਹਾਂ ਅੱਡੀ ਦਾ ਦਰਦ ਰਹਿੰਦਾ ਕਈ ਲੋਕਾਂ ਨੂੰ, ਜਿਹਨੂੰ ਪਲਾਂਟਰ ਫੈਸ਼ਾਈਟਿਸ ਕਹਿੰਦੇ ਹੈ ਨਾ। ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਸਵੇਰੇ ਅੱਡੀ ਨੀਚੇ ਨਹੀਂ ਲੱਗਦੀ ਹੈ, ਜਦੋਂ ਪੈਰ ਰੱਖਦੇ ਨੇ ਪਹਿਲੇ 10-15 ਮਿੰਟ ਤੁਰਨਾ ਬਹੁਤ ਮੁਸ਼ਕਿਲ ਹੈ, ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਦਰਦ ਠੀਕ ਹੁੰਦੀ ਹੈ ਤੇ ਫਿਰ ਪੇਸ਼ੈਂਟ ਆਪਣਾ ਨਾਰਮਲ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ। ਇਹ ਇੱਕ ਐਸੀ ਪ੍ਰੋਬਲਮ ਹੈ ਜਿਹੜੀ ਕਿ ਲੇਡੀਜ਼ ਜੈਂਟਸ ਸਾਰਿਆਂ ਨੂੰ ਹੀ ਤੰਗ ਕਰ ਰਹੀ ਹੈ, ਈਵਨ ਬਹੁਤ ਯੰਗ ਏਜ ਦੇ ਵਿੱਚ। ਸੋ ਇਹਦੇ 'ਚ ਸਟ੍ਰੈਚਿੰਗ ਤੇ ਫਿਜ਼ੀਕਲ ਥੈਰੇਪੀ ਲਾਈਕ ਮਸਾਜ ਆਪ ਕਰਵਾ ਲਓ ਜਾਂ ਕਿਸੇ ਤੋਂ ਕਰਵਾ ਲਓ ਜਾਂ ਫਿਜ਼ੀਓਥੈਰੇਪਿਸਟ ਦੀ ਹੈਲਪ ਲੈ ਲਓ, ਉਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਹੈ। ਸੋ ਜਿਹੜੀ ਰਿਫਲੈਕਸੋਲੋਜੀ ਹੈ ਇੱਕ ਆਪਣੇ ਆਪ 'ਚ ਇੱਕ ਦੂਸਰੀ ਸਾਇੰਸ ਹੈ। ਸੋ ਮਸਾਜ ਦੇ ਇਲਾਵਾ ਜਿਹੜੇ ਪ੍ਰੈਸ਼ਰ ਪੁਆਇੰਟਸ ਹੁੰਦੇ ਹੈ ਨਾ ਆਪਣੇ ਫੁੱਟ ਦੇ ਜਾਂ ਹੈਂਡ 'ਚ, ਉਹਨਾਂ ਨੂੰ ਦਬਾਉਣ ਦੇ ਨਾਲ ਜਿਹੜੇ ਟ੍ਰਿਗਰ ਪੁਆਇੰਟਸ ਹੈ, ਫੇਸ਼ੀਅਲ ਪੁਆਇੰਟਸ ਹੈ, ਉਹ ਰਿਲੀਜ਼ ਹੁੰਦੇ, ਮਾਈਂਡ ਵੀ ਰਿਲੈਕਸ ਕਰਦਾ ਤੇ ਪੂਰੀ ਬਾਡੀ ਦੇ ਵਿੱਚ ਰਿਲੈਕਸੇਸ਼ਨ ਆਉਂਦੀ। ਸੋ ਇਸ ਦਰਦ ਤੋਂ ਅਸੀਂ ਮੁਕਤੀ ਪਾ ਸਕਦੇ ਹਾਂ। ਅੱਛਾ, ਮਸਾਜ ਨਹਾਉਣ ਤੋਂ ਪਹਿਲਾਂ ਕਰਨੀ ਚਾਹੀਦੀ ਆ ਜਾਂ ਨਹਾਉਣ ਤੋਂ ਬਾਅਦ? ਜੇ ਵੈਲ ਮਸਾਜ ਦਾ ਪਹਿਲਾਂ ਫਾਇਦਾ ਜ਼ਿਆਦਾ, ਬਿਕੋਜ਼ ਉਸ ਤੋਂ ਬਾਅਦ ਫਿਰ ਤੁਸੀਂ ਮਸਾਜ ਕਰਕੇ ਫਿਰ ਬਾਡੀ ਰਿਲੈਕਸ ਵੀ ਕਰਦੀ ਹੈ, ਥੋੜਾ ਜਿਹਾ ਨਿੱਘੇ ਪਾਣੀ ਦੇ ਨਾਲ ਆਪਾਂ ਨਹਾ ਲੈਂਦੇ ਹਾਂ, ਤੇਲ ਵੀ ਵਾਸ਼ ਆਫ ਹੋ ਜਾਂਦਾ ਹੈ ਨਾ। ਸੋ ਪਹਿਲਾਂ ਆਈ ਥਿੰਕ ਇਜ਼ ਮੋਰ ਬੈਨੀਫੀਸ਼ੀਅਲ। ਜੀ, ਮਤਲਬ ਇਹ ਕਹਿ ਲਓ ਕਿ ਪੁਰਾਣੇ ਜ਼ਮਾਨੇ ਜਿਹੜੀਆਂ ਚੀਜ਼ਾਂ ਉਹ ਦੁਬਾਰਾ ਤੁਸੀਂ ਜੇ ਬਣਾਉਣਾ ਸ਼ੁਰੂ ਕਰ ਦਈਏ ਤਾਂ ਥੋੜਾ ਫਾਇਦਾ ਮਿਲ ਜਾਏ। ਵਿਲ ਹੈਲਪ ਅਸ। ਅੱਛਾ, ਹੁਣ ਜਿਵੇਂ ਆਪਣੀ ਸਾਰਿਆਂ ਦੀ ਸਿਟਿੰਗ ਜੌਬ ਆ, ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਸਾਰਿਆਂ ਦਾ ਸਵਾਲ ਵੀ ਹੋਊਗਾ। ਅਸੀਂ ਖਾਈ ਜਾਂਦੇ ਹਾਂ, ਮੈਨੂੰ ਲੱਗਦਾ ਰਿਡਿਊਸ ਨਹੀਂ ਹੁੰਦਾ। ਜੇ ਸਵੇਰੇ ਅਸੀਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਆਫ ਦਾ ਕੈਮਰਾ ਕਿ ਆਲੂ ਵਾਲੇ ਪਰੌਂਠੇ ਸਵੇਰੇ ਖਾਦੇ, ਫਿਰ ਉਦੋਂ ਬਾਅਦ ਚਾਹ ਪੀ ਲਈ, ਫਿਰ ਲੰਚ ਦੀ ਵਾਰੀ ਆ ਗਈ, ਫਿਰ ਸ਼ਾਮ ਦਾ ਸਨੈਕ, ਫਿਰ ਰਾਤ ਦਾ ਡਿਨਰ, ਤੇ ਐਕਸਰਸਾਈਜ਼ ਕਿਤੇ ਹੋਈ ਨਹੀਂ ਗਈ। ਇਹਨੂੰ ਕਿੱਦਾਂ ਮੈਨੇਜ ਕੀਤਾ ਜਾਵੇ? ਸੋ ਆਈ ਥਿੰਕ ਇਹਦੇ 'ਚ ਜੇ ਆਪਾਂ ਸੋਚ ਕੇ ਦੇਖੀਏ ਤੇ ਕਈ ਵਾਰ ਅਸੀਂ ਐਸੇ ਹੀ ਖਾ ਰਹੇ ਹੁੰਦੇ ਬਿਕੋਜ਼ ਖਾਣਾ ਬਣਿਆ ਹੋਇਆ ਖਾਣ ਦਾ ਟਾਈਮ ਹੈ, ਕਈ ਵਾਰ ਭੁੱਖ ਨਹੀਂ ਹੁੰਦੀ ਫਿਰ ਵੀ ਖਾ ਲੈਂਦੇ। ਸੋ ਐਕਚੁਅਲੀ ਇੰਨੀ ਡਾਈਟ ਦੀ ਜ਼ਰੂਰਤ ਨਹੀਂ ਹੈ, ਖਾਸ ਕਰਕੇ ਕੋਈ ਬੰਦੇ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਕਰਕੇ ਸੈਡੈਂਟਰੀ ਹੈ, ਜਿਹੜਾ ਕਿ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਨਹੀਂ ਕਰ ਰਿਹਾ। ਜਿਮ ਜਾਣਾ ਜਾਂ ਥੋੜਾ ਬਹੁਤ ਵਾਕ ਕਰਨਾ ਨੂੰ ਮੈਂ ਫਿਜ਼ੀਕਲ ਵਰਕ ਨਹੀਂ ਕਹਾਂਗਾ। ਫਿਜ਼ੀਕਲ ਵਰਕ ਮੀਨਸ ਸਮਬਡੀ ਹੂ ਇਜ਼ ਵਰਕਿੰਗ, ਜਿਹੜਾ ਕਿ ਕਈ ਘੰਟਿਆਂ ਲਈ ਆਪਣੇ ਪੈਰਾਂ ਤੇ ਆਪਣੇ ਹੱਥਾਂ ਨਾਲ ਕੰਮ ਕਰ ਰਿਹਾ। ਜਿਹੜੇ ਆਫਿਸ ਵਰਕਰਸ ਲਈ ਆਈ ਥਿੰਕ ਵਨ ਆਫ ਦ ਬੈਸਟ ਸਟ੍ਰੈਟਜੀਜ਼ ਟੂ ਡੂ, ਜਿਹਨੂੰ ਇਸੇ ਇੰਟਰਮਿਟੈਂਟ ਫਾਸਟਿੰਗ ਕਹਿੰਦੇ। ਸੋ ਦੈਟ ਇਜ਼ ਅ ਵੈਰੀ ਗੁੱਡ ਸਟ੍ਰੈਟਜੀ। ਜੈਂਟਸ ਦੇ ਲਈ 16 ਘੰਟੇ ਇੰਟਰਮਿਟੈਂਟ ਫਾਸਟਿੰਗ ਕਰਨਾ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ। ਸੋ ਜਿਸ ਤਰ੍ਹਾਂ ਸਪੋਜ਼ 2 ਵਜੇ ਅਸੀਂ ਪਹਿਲਾ ਮੀਲ ਲੈਂਦੇ ਹਾਂ, ਮੰਨ ਲਓ ਫੋਰ ਐਗਜ਼ਾਮਪਲ, ਤੇ ਰਾਤੀ 10 ਵਜੇ ਅਸੀਂ ਈਟਿੰਗ ਬੰਦ ਕਰ ਦਿੰਦੇ ਹਾਂ, ਆਪਣੀ ਖਾਣਾ ਬੰਦ ਕਰ ਦਿੰਦੇ ਹਾਂ। ਸੋ ਰਾਤੀ 10 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 2 ਵਜੇ ਤੱਕ 16 ਘੰਟੇ ਬਣ ਗਏ। ਸੋ ਜਿਹਦੇ 'ਚ ਬਾਡੀ ਆਪਣੇ ਆਪ ਨੂੰ ਮੈਟਾਬੋਲਾਈਜ਼ ਵੀ ਕਰ ਲੈਂਦੀ ਹੈ, ਜਿਹੜੇ ਐਕਸੈਸ ਵੇਸਟਸ ਨੇ ਉਹਨਾਂ ਨੂੰ ਡਿਸਕਾਰਡ ਕਰ ਦਿੰਦੀ ਹੈ, ਤੇ ਇੱਕ ਲਾਈਟ ਜਿਹਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਨੇ ਸਾਰੇ। ਦ ਅਦਰ ਆਪਸ਼ਨ ਇਜ਼ ਟੂ ਸਟਾਰਟ ਯੋਰ ਡੇ। ਜਦੋਂ ਆਪਾਂ ਦਿਨ ਦੀ ਸ਼ੁਰੂਆਤ ਕਰਨੀ ਹੈ ਸਵੇਰੇ 8 ਵਜੇ ਦੇ ਕਰੀਬ, ਉਦੋਂ ਖਾਣਾ ਸ਼ੁਰੂ ਕਰ ਦਿਓ। 8 ਘੰਟੇ ਦੇ ਵਿੱਚ ਆਪਣੀ ਪੂਰੀ ਕੈਲਰੀਜ਼ ਪੂਰੀਆਂ ਕਰ ਲੈਣੀ ਹੈ, ਅਗਲੇ 16 ਘੰਟੇ ਕੁਝ ਖਾਣਾ ਨਹੀਂ। ਸੋ ਡਿਨਰ ਮਿਸ ਕਰਨਾ ਉਹ ਬਹੁਤ ਈਜ਼ੀ ਹੈ, ਕਈ ਲੋਕ ਹੁਣ ਕਰਨ ਲੱਗ ਗਏ। ਸੋ ਡਿਨਰ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸੂਪ ਲੈ ਲੈਂਦੇ ਸੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼, ਜੇ ਉਹ ਵੀ ਉਹ ਮਿਸ ਕਰਨਾ ਸ਼ੁਰੂ ਕਰ ਦੇਣ, ਇੱਕ ਤਾਂ ਸੂਪ ਦਾ ਜਿਹੜਾ ਰਾਤ ਦਾ ਸਾਲਟ ਹੈ ਉਹ ਬੰਦ ਹੋ ਜਾਏਗਾ। ਸੂਪ 'ਚ ਵੀ ਬੇਸਿਕਲੀ ਕਾਰਬੋਹਾਈਡਰੇਟਸ ਹੀ ਨੇ। ਸੋ ਕਾਰਬਸ ਘਟਾਣੇ ਹੈ ਮੇਨ, ਪ੍ਰੋਟੀਨ ਵਧਾਉਣਾ ਹੈ। ਸੋ ਜ਼ਿਆਦਾ ਪ੍ਰੋਟੀਨ ਖਾਣ ਦੇ ਨਾਲ, ਜ਼ਿਆਦਾ ਕੈਲਸ਼ੀਅਮ ਖਾਣ ਦੇ ਨਾਲ ਮਸਲ ਬਣੇਗਾ। ਕਾਰਬਸ ਘਟਾਉਣ ਦੇ ਨਾਲ ਆਪਣੇ ਆਪ ਜਿਹੜੀ ਸੈਂਟਰਲ ਓਬੈਸਿਟੀ ਹੈ, ਜਿਹੜੀ ਪਹੁੰਚ ਹੈ, ਜਿਹੜੀ ਆਪਣੀ ਤੋਂਦ ਹੈ, ਉਹ ਘਟੇਗੀ। ਅੱਛਾ, ਫਿਰ ਹੁਣ ਇਹ ਵੀ ਗੱਲ ਹੈ ਨਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਤੁਸੀਂ 2 ਖਾ ਲਓ ਨਾ, ਹੁਣ 2 ਮੀਲ ਲਓ। ਹੁਣ ਉਹ 2 ਮੀਲ ਵੀ ਮੈਨੂੰ ਲੱਗਦਾ ਪ੍ਰੋਪਰ ਮੀਲ ਹੋਣੇ ਚਾਹੀਦੇ ਆ ਨਾ ਵਾਕਈ ਵੀ, ਉਹਦੇ ਵਿੱਚ ਤਾਂ ਹੀ ਬਾਡੀ ਸਸਟੇਨ ਕਰ ਪਾਏਗੀ। ਨਹੀਂ ਤਾਂ ਤੁਸੀਂ 1 ਦਿਨ 2 ਦਿਨ ਹਫਤਾ ਕਰ ਪਾਓਗੇ ਇੰਟਰਮਿਟੈਂਟ ਫਾਸਟਿੰਗ, ਉਸ ਤੋਂ ਬਾਅਦ ਬਾਡੀ ਡਰੇਨ ਆਊਟ ਫੀਲ ਕਰਨਾ ਸ਼ੁਰੂ ਕਰ ਦੇਗੀ, ਥਕਾਵਟ ਹੋਣ ਲੱਗ ਜਾਏਗੀ। ਮਤਲਬ ਇੱਕ ਜੇ ਆਪਾਂ ਕਹੀਏ ਪਲੇਟ, ਹੁਣ ਮੈਂ ਜਾਂਦਾ ਹੁੰਦਾ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਵੀ ਤਾਕਤ ਆਪਾਂ ਹੈ ਨਾ, ਤੁਸੀਂ ਜਿਵੇਂ ਗੱਲ ਕਰ ਹੀ ਲਈ ਵੀ ਸਾਡੇ ਬਜ਼ੁਰਗ ਇਹ ਮੰਨਦੇ ਵੀ ਜਿੰਨਾ ਖਾਓਗੇ ਉਨਾ ਹੀ ਰੱਜ ਕੇ ਵਾਓਗੇ, ਮਤਲਬ ਜਿੰਨਾ ਖਾਈ ਜਾਓ ਉਨੀ ਤਾਕਤ। ਬਿਲਕੁਲ ਸਹੀ ਗੱਲ। ਪਰ ਹੁਣ ਸਿਸਟਮ ਉਲਟ ਹੋ ਗਿਆ ਵੀ ਅਸੀਂ ਬੈਠਣਾ ਹੀ ਹੁੰਦਾ, ਕਿਉਂਕਿ ਅਸੀਂ ਉਹਨਾਂ ਵਾਂਦੇ ਨਹੀਂ ਹੁਣ। ਤੇ ਇਹ ਉਹ ਪਲੇਟ ਜਿਹੜੀ ਆਪਾਂ ਗੱਲ ਕਰਦੇ ਆ ਵੀ 2 ਮੀਲ ਕਰਨੇ, ਉਹ ਪਲੇਟ ਦੇ ਵਿੱਚ ਕੀ ਕੀ ਹੋਣਾ ਚਾਹੀਦਾ? ਸੋ ਆਈ ਥਿੰਕ ਦ ਡਿਸਟ੍ਰੀਬਿਊਸ਼ਨ ਸ਼ੁੱਡ ਬੀ ਦੈਟ 3 ਮੇਨ ਕੈਟੇਗਰੀਜ਼ ਨੇ ਫੂਡ ਦੀਆਂ, ਹੈ ਨਾ, ਪ੍ਰੋਟੀਨ, ਫੈਟ ਤੇ ਕਾਰਬੋਹਾਈਡਰੇਟ। ਪ੍ਰੋਟੀਨ ਅਪਰੋਕਸੀਮੇਟਲੀ 30%, 30% ਦੇ ਕਰੀਬ ਪ੍ਰੋਟੀਨ ਹੋਣਾ ਚਾਹੀਦਾ। 15 ਤੋਂ 20% ਫੈਟ ਹੋਣਾ ਚਾਹੀਦਾ, ਜਿਹਦੇ 'ਚ ਮੱਖਣ ਆ ਗਿਆ ਜਾਂ ਕੀ ਆ ਗਈ ਜਾਂ ਕੁਝ ਵੀ ਆ ਗਿਆ, ਤੇ ਨਾਟ ਮੋਰ ਦੈਨ 45-50% ਕਾਰਬੋਹਾਈਡਰੇਟਸ ਹੋਣੇ ਚਾਹੀਦੇ। ਸੋ ਕਾਰਬਸ ਬਿਲਕੁਲ ਘਟਾਉਣ ਦੇ ਨਾਲ ਵੀ ਹੈਲਦੀ ਨਹੀਂ ਹੈ ਬਾਡੀ ਦੇ ਲਈ, ਪਰ ਕਾਰਬਸ ਬਹੁਤ ਜ਼ਿਆਦਾ ਐਕਸੈਸ, ਸਾਡੀ ਜਿਹੜੀ ਇੰਡੀਅਨ ਡਾਇਟ ਹੈ, ਜਿਸ ਤਰ੍ਹਾਂ ਸਪੋਜ਼ ਅਸੀਂ ਗੱਲ ਕਰੀਏ ਕਿ ਸਵੇਰੇ ਪਰੌਂਠੇ ਖਾਏ ਅਸੀਂ, ਹੈ ਨਾ, ਆਲੂ ਵਾਲੇ ਪਰੌਂਠੇ, ਸੋ ਆਲੂ ਵੀ ਕਾਰਬਸ ਹੈ, ਆਟਾ ਵੀ ਕਾਰਬਸ ਹੈ। ਸੋ ਟੋਟਲੀ ਕਾਰਬਸ ਹੀ ਖਾ ਲਏ ਅਸੀਂ, ਉਹਦੇ 'ਚ ਪ੍ਰੋਟੀਨ ਦਾ ਕੋਈ ਇਨਟੇਕ ਨਹੀਂ ਹੋਇਆ। ਸੋ ਬ੍ਰੇਕਫਾਸਟ ਖਰਾਬ ਹੋ ਗਿਆ। ਸੋ ਜੇ ਅਸੀਂ ਪ੍ਰੋਟੀਨ ਨੂੰ ਬੈਲੈਂਸ ਕਰਨਾ ਹੈ ਨਾਲ, ਸਪੋਜ਼ ਕਰ ਲਈਏ ਕਿ ਅਸੀਂ ਉਹੀ ਪਰੌਂਠੇ ਦੇ ਨਾਲ
ਅੰਡਾ ਪਰੌਂਠੀ ਖਾ ਲਿਆ, ਜਾਂ ਜਿਹੜੇ ਕੋਈ ਵੈਜੀਟੇਰੀਅਨ ਭਰਾ ਨੇ ਉਹਨਾਂ ਨੇ ਚਪਾਤੀ ਦੇ ਨਾਲ ਸਵੇਰੇ ਦਾਲ ਖਾ ਲਈ, ਜਾਂ ਕੋਈ ਸੋਇਆ ਵਾਲੀ ਸਬਜ਼ੀ ਲੈ ਲਈ, ਜਾਂ ਕੋਈ ਨਿਊਟਰੀ ਲੈ ਲਈ। ਪ੍ਰੋਟੀਨ ਵਧਾਉਣਾ ਹੈ, ਕਾਰਬਸ ਘਟਾਣੇ ਹੈ। ਸੋ ਦ ਰੇਸ਼ੀਓ ਇਜ਼ 30% ਪ੍ਰੋਟੀਨ, 30% ਪ੍ਰੋਟੀਨ, 20% ਫੈਟਸ, 20% ਦੇ ਕਰੀਬ, ਐਂਡ ਲੈਸ ਦੈਨ 50%, 50% ਤੋਂ ਘੱਟ ਕਾਰਬੋਹਾਈਡਰੇਟਸ। ਜੀ, ਮਤਲਬ ਉਹੀ ਗੱਲ ਆ ਵੀ ਬੈਲੈਂਸ ਕਰਕੇ ਚੱਲੀਏ। ਬੈਲੈਂਸ ਕਰਕੇ ਜੀ। ਤੇ ਹੱਡੀਆਂ ਨੂੰ ਮਜ਼ਬੂਤ ਵੀ ਕਰਨ ਦੇ ਲਈ ਬੈਲੈਂਸ ਹੀ ਕਰਨਾ, ਡਾਈਟ ਹੀ ਬੈਲੈਂਸ ਕਰਨ ਦੀ ਲੋੜ ਹੈ। ਔਰ ਇਹਦੇ ਨਾਲ ਐਬਸੋਲੂਟਲੀ ਜੇ ਡਾਈਟ ਬੈਲੈਂਸ ਹੋ ਜਾਏਗੀ ਤਾਂ ਹੀ ਸਪਲੀਮੈਂਟੇਸ਼ਨ ਦਾ ਵੀ ਫਾਇਦਾ ਹੈ। ਜੇ ਅਸੀਂ ਡਾਈਟ ਬੈਲੈਂਸ ਨਹੀਂ ਕਰ ਰਹੇ ਤੇ ਉੱਪਰੋਂ ਸਪਲੀਮੈਂਟੇਸ਼ਨ ਖਾ ਕੇ ਸੋਚ ਰਹੇ ਕਿ ਕੋਈ ਜਾਦੂ ਹੋ ਜਾਏਗਾ, ਕਿ ਸਪਲੀਮੈਂਟ ਨੇ ਹੀ ਸਾਡੀ ਲਾਈਫ ਹੈਲਦੀ ਕਰ ਦੇਣੀ ਹੈ ਜਾਂ ਹੈਲਥ ਨੂੰ ਇੰਪਰੂਵ ਕਰ ਦੇਣਾ ਹੈ, ਉਹ ਆਪਣੇ ਆਪ 'ਚ ਇੱਕ ਗਲਤ ਅਪਰੋਚ ਹੈ ਜੀ। ਵਾਕਈ ਮੈਨੂੰ ਵੀ ਇਹ ਲੱਗਦਾ। ਤਨਵੀਰ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਸੇ ਜਦੋਂ ਸਿਆਣੇ ਕਹਿੰਦੇ ਹੁੰਦੇ ਨਾ ਵੀ ਤੁਸੀਂ ਓਲਡ ਸਕੂਲ ਹੋ ਜਾਓ, ਵੀ ਪੁਰਾਣੇ ਜ਼ਮਾਨੇ ਵਾਂਗੂ ਸੋਚਣ ਲੱਗ ਪਓ, ਵੀ ਵਾਕਈ ਜਿੰਨਾ ਤੁਸੀਂ ਖਾ ਰਹੇ ਹੋ ਉਹਨਾਂ ਰੱਜ ਕੇ ਵਾਹ ਵੀ ਰਹੇ ਹੋ, ਉਹਨਾਂ ਪਸੀਨਾ ਵੀ ਨਿਕਲ ਰਿਹਾ, ਤਾਂ ਮੈਨੂੰ ਲੱਗਦਾ ਉਹਦੇ ਨਾਲ ਸਾਰੀਆਂ ਮਸਲੇ ਹੱਲ ਹੋ ਜਾਂਦੇ ਆ। ਪਰ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਲੱਗੀਆਂ, ਪਰ ਮਾਡਰਨ ਸਕੂਲ ਜਿਹੜਾ ਆ ਉਹ ਵੀ ਬਹੁਤ ਕੁਝ ਸਿਖਾਉਂਦਾ ਹੈ। ਮੈਂ ਲਗਾਤਾਰ ਇੱਦਾਂ ਦੀਆਂ ਇਨਫੋਰਮੇਸ਼ਨ ਤੁਹਾਡੇ ਨਾਲ ਲੈ ਕੇ ਸਾਂਝੀ ਕਰਦਾ ਰਹਾਂਗਾ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।